हाँ जी स्टूडेंट्स ਦਾ ਚੈਪਟਰ ਨੰਬਰ 12 ਕਰ ਰਹੇ ਸੀ ਅਸੀਂ, ਜਿਸ ਦੇ ਵਿੱਚ ਅਸੀਂ ਕੀਤੀਆਂ ਸੀ ਸਟੇਟਸ ਕਿ ਕਿਸੇ ਥ੍ਰੈਡ ਦੀਆਂ ਕਿਹੜੀਆਂ ਸਟੇਟਸ ਹੋ ਸਕਦੀਆਂ ਨੇ। ਯਾਨੀ ਕਿ ਉਹ ਰਨਿੰਗ ਹੈ, ਹੋ ਸਕਦਾ ਰਨਿੰਗ ਦੇ ਵਿੱਚੋਂ ਹੀ ਅਸੀਂ ਉਸ ਨੂੰ ਇੰਟਰਪਟ ਕਰ ਦਈਏ, ਅਸੀਂ ਉਸ ਨੂੰ ਰੋਕ ਦਈਏ ਜਾਂ ਅਸੀਂ ਉਸ ਨੂੰ ਸਟਾਪ ਕਰਵਾ ਦਈਏ। ਤਾਂ ਉਹ ਮੈਥਡ ਹੀ ਹੁਣ ਅਸੀਂ ਡਿਸਕਸ ਕਰਾਂਗੇ ਕਿ ਕਿਹੜੇ ਮੈਥਡ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਕਿਸੇ ਫੰਕਸ਼ਨ ਨੂੰ ਸਟਾਪ ਕਰ ਸਕਦੇ ਹੈਗੇ। ਦੇਖੋ ਸਟਾਪ ਦਾ ਮੀਨਿੰਗ ਸਿੰਪਲ ਹੈ ਕਿ ਅਸੀਂ ਉਸ ਥ੍ਰੈਡ ਨੂੰ ਡੈਡ ਹੀ ਕਰ ਦਿਆਂਗੇ, ਮਤਲਬ ਉਸ ਤੋਂ ਬਾਅਦ ਉਹ ਚੱਲੂਗਾ ਹੀ ਨਹੀਂ। ਸਲੀਪ ਅਸੀਂ ਕੁਝ ਸਮੇਂ ਦੇ ਲਈ ਉਸ ਥ੍ਰੈਡ ਨੂੰ ਰੋਕਾਂਗੇ, ਮੈਕਰੋ ਸੈਕਿੰਡ ਜਾਂ ਮਾਈਕਰੋ ਸੈਕਿੰਡ ਆਈ ਥਿੰਕ, ਉਸ ਸਮੇਂ ਤੱਕ ਅਸੀਂ ਉਸ ਨੂੰ ਰੋਕਾਂਗੇ, ਬਟ ਉਸ ਤੋਂ ਬਾਅਦ ਉਹ ਆਪਣੀ ਐਗਜ਼ੀਕਿਊਸ਼ਨ ਫਿਰ ਵਾਪਸ ਤੋਂ ਸ਼ੁਰੂ ਕਰੂਗਾ। ਜੀਲਡ ਦਾ ਵੀ ਸੇਮ ਹੈ ਕਿ ਉਹ ਜਿਹੜਾ ਥ੍ਰੈਡ ਹੈ ਇੱਕ ਵਾਰ ਆਪਣਾ ਕੰਟਰੋਲ ਛੱਡ ਦੂਗਾ, ਕੋਈ ਹੋਰ ਉਸ ਦਾ ਕੰਟਰੋਲ ਲੈ ਲੂਗਾ, ਉਹ ਮਤਲਬ ਉਸ ਥੋੜ੍ਹੇ ਸਮੇਂ ਲਈ ਰੁਕੂਗਾ ਅਤੇ ਵਾਪਸ ਉਸ ਤੋਂ ਬਾਅਦ ਫਿਰ ਉਹ ਚੱਲਣਾ ਸ਼ੁਰੂ ਹੋ ਜਾਊਗਾ। ਕਲੀਅਰ। ਤਾਂ ਇਹ ਸਾਰੇ ਫੰਕਸ਼ਨ ਸਲੀਪ, ਸਟਾਪ, ਜ਼ੀਲਡ ਇਹ ਕਿਹੜੇ ਨੇ? ਇਹ ਦੇਖੋ ਜ਼ਿਆਦਾਤਰ ਵੇਟਿੰਗ ਬਲੋਕਿੰਗ ਦੇ ਫੰਕਸ਼ਨਸ ਨੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, ਇੱਕ ਕਲਾਸ ਬਣਾਈ ਹੈ ਜਿਸ ਦੇ ਵਿੱਚ ਉਸੇ ਤਰ੍ਹਾਂ ਅਸੀਂ ਇਹ ਕਲਾਸ ਜਿਹੜੀ ਕਿ ਮਲਟੀ ਥ੍ਰੈਡ ਨੂੰ ਇੰਪਲੀਮੈਂਟ ਕਰ ਰਹੀ ਹੈ ਤਾਂ ਉਹਨੇ ਐਕਸਟੈਂਡ ਕੀਤਾ ਥ੍ਰੈਡ ਕਲਾਸ ਨੂੰ, ਉਸਨੇ ਆਪਣਾ ਰਨ ਫੰਕਸ਼ਨ ਬਣਾਇਆ। ਇਹ ਅਸੀਂ ਆਲਰੇਡੀ ਕੀਤਾ ਸੀ ਕਿ ਜਿਹੜੀ ਵੀ ਕਲਾਸ ਮਲਟੀ ਥ੍ਰੈਡਿੰਗ ਕਰ ਰਹੀ ਹੈ ਤਾਂ ਉਹ ਰਨ ਫੰਕਸ਼ਨ ਬਣਾਊਗੀ। ਤਾਂ ਇਸ ਕਲਾਸ ਨੇ ਇੱਥੇ ਬਣਾਇਆ ਆਪਣਾ ਰਨ ਫੰਕਸ਼ਨ। ਕਲੀਅਰ। ਉਸ ਦੇ ਵਿੱਚ ਕੁਛ ਨਹੀਂ, ਉਹ 1 ਤੋਂ 5 ਤੱਕ ਜਿਹੜਾ ਲੂਪ ਚਲਾ ਰਹੀ ਹੈ ਅਤੇ ਪ੍ਰਿੰਟ ਕਰਕੇ ਦਿਖਾਉਣੇ ਸੀ ਉਹਨੇ ਆਪਣਾ ਆਹ ਮੈਸੇਜ। ਇੱਕੋ ਤੁਸੀਂ ਜ਼ੀਲਡ ਭੁੱਲ ਜਾਓ, ਇੰਨਾ ਕੰਮ ਸੀ। ਅਤੇ ਬਿਲਕੁਲ ਲਾਸਟ 'ਤੇ ਜਦੋਂ ਇਹ ਲੂਪ ਖਤਮ ਹੋ ਜਾਣਾ ਸੀ ਤਾਂ ਉਸਨੇ ਮੈਸੇਜ ਐਗਜ਼ਿਟ ਫਰੋਮ ਏ ਪ੍ਰਿੰਟ ਕਰਵਾ ਦੇਣਾ ਸੀ। ਇਸੇ ਤਰੀਕੇ ਨਾਲ ਬੇਟਾ ਤੁਹਾਡੇ ਕੋਲ ਬੀ ਕਲਾਸ ਹੈ, ਤਾਂ ਬੀ ਕਲਾਸ ਨੇ ਵੀ ਇਨਹੈਰਿਟ ਕੀਤਾ ਤੁਹਾਡੀ ਥ੍ਰੈਡ ਕਲਾਸ ਨੂੰ। ਦੈਟ ਮੀਨਸ ਉਹ ਮਲਟੀ ਥ੍ਰੈਡਿੰਗ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਅਤੇ ਉਸਨੇ ਵੀ ਆਪਣਾ ਇੱਕ ਰਨ ਫੰਕਸ਼ਨ ਬਣਾਇਆ। ਉਹ ਰਨ ਫੰਕਸ਼ਨ ਤੁਹਾਡਾ 1 ਤੋਂ 5 ਤੱਕ ਉੱਦਾਂ ਹੀ ਚੱਲ ਰਿਹਾ ਹੈਗਾ, ਠੀਕ ਹੈ। ਓਕੇ, ਇੱਥੇ ਆਈ ਨਹੀਂ ਹੈ ਬੇਟਾ, ਇੱਥੇ ਜੇ ਹੀ ਹੈ, ਜੇ ਅਤੇ ਇੱਥੇ ਵੀ ਜੇ 5 ਤੱਕ ਚੱਲ ਰਿਹਾ, ਉਹ ਵੀ ਉੱਦਾਂ ਹੀ ਆਪਣਾ ਮੈਸੇਜ ਪ੍ਰਿੰਟ ਕਰਵਾ ਰਿਹਾ, ਮਤਲਬ ਆਪਣੀ ਵੈਲਿਊ ਪ੍ਰਿੰਟ ਕਰਵਾ ਰਿਹਾ। ਸਟਾਪ ਤੁਸੀਂ ਇੱਕ ਵਾਰ ਭੁੱਲੋ ਇੱਥੋਂ, ਅਤੇ ਐਂਡ 'ਤੇ ਲੂਪ ਖਤਮ ਹੋਣ ਤੋਂ ਬਾਅਦ ਐਗਜ਼ਿਟ ਫਰੋਮ ਬੀ ਇੱਦਾਂ ਪ੍ਰਿੰਟ ਕਰਕੇ ਉਹ ਐਂਡ ਕਰ ਜੂਗਾ। ਇਸੇ ਤਰੀਕੇ ਨਾਲ ਤੁਹਾਡੀ ਸੀ ਕਲਾਸ ਬਣੀ ਹੋਈ ਹੈ। ਕਲੀਅਰ। ਉਹ ਵੀ ਕੇ ਨੂੰ ਲੈ ਕੇ ਰਨ ਦੇ ਵਿੱਚ ਕੇ ਵੇਰੀਏਬਲ ਲੈ ਕੇ ਆਪਣਾ ਕੋਈ ਮੈਸੇਜ ਪ੍ਰਿੰਟ 5 ਤੱਕ ਉਹ ਚੱਲ ਰਹੀ ਹੈ, ਠੀਕ ਹੈ, ਮੈਸੇਜ ਪ੍ਰਿੰਟ ਕਰਵਾ ਰਹੀ ਹੈ। ਇਹ ਤੁਸੀਂ ਇੱਕ ਵਾਰ ਭੁੱਲੋ ਸਲੀਪ, ਇਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਅਤੇ ਐਂਡ 'ਤੇ ਮੈਸੇਜ ਪ੍ਰਿੰਟ ਕਰਾ ਦਿਓ ਐਗਜ਼ਿਟ ਫਰੋਮ ਸੀ। ਤਾਂ ਇੰਨੇ ਕੁ ਅਕੋਰਡਿੰਗ ਹੋਊਗਾ ਕਿ ਜਦੋਂ ਮੇਨ ਵਾਲੀ ਕਲਾਸ ਦੇ ਵਿੱਚ ਜਾ ਕੇ ਅਸੀਂ ਤਿੰਨਾਂ ਨੂੰ ਸਟਾਰਟ ਕਰਾਂਗੇ ਤਾਂ ਹੋਊਗਾ ਕਿ ਇਹ ਸਾਰੇ ਕਲਾਸਿਸ ਆਪਣਾ ਚੱਲਣਾ ਸ਼ੁਰੂ ਹੋ ਜਾਣਗੇ ਰਨ ਫੰਕਸ਼ਨ, ਅਤੇ ਚੱਲਣਗੇ ਵੀ ਕਿੱਦਾਂ, ਥੋੜ੍ਹਾ ਕਰਕੇ, ਜਿਵੇਂ ਕੁਛ ਏ ਦਾ, ਕੁਛ ਬੀ ਦਾ, ਸੀ ਦਾ ਪੈਰਲਲੀ ਰਨ ਹੋਣਗੇ। ਬਟ ਇੱਥੇ ਅਸੀਂ ਕੀ ਕੀਤਾ, ਦੇਖੋ ਹੁਣ ਤੱਕ ਜਿਹੜਾ ਅਸੀਂ ਨੋਰਮਲ ਪ੍ਰੋਗਰਾਮ ਡਿਸਕਸ ਕੀਤਾ ਉਹਦੇ ਵਿੱਚ ਏ ਨੇ 5 ਤੱਕ ਚੱਲਣਾ ਸੀ, ਐਗਜ਼ੀਕਿਊਟ ਹੋਣਾ ਸੀ। ਬਟ ਅਸੀਂ ਕਿਹਾ ਕਿ ਜਦੋਂ ਵੀ ਆਈ ਦੀ ਵੈਲਿਊ 1 ਹੁੰਦੀ ਹੈ ਤਾਂ ਜ਼ੀਲਡ ਹੋ ਜਾਏ। ਤਾਂ ਜ਼ੀਲਡ ਕੀ ਹੈ ਕਿ ਇੱਕ ਵਾਰ ਏ ਆਪਣਾ ਕੰਟਰੋਲ ਛੱਡ ਦੂਗਾ, ਬੀ ਦੀ ਟਰਨ ਆ ਜੂਗੀ, ਠੀਕ ਹੈ, ਕਿਉਂਕਿ ਇਸ ਤੋਂ ਬਾਅਦ ਬੀ ਸਟਾਰਟ ਹੋ ਰਿਹਾ ਹੈਗਾ। ਅਤੇ ਬੀ ਦੇ ਵਿੱਚ ਅਸੀਂ ਕੀ ਕੀਤਾ ਹੋਇਆ, ਅਸੀਂ ਕਿਹਾ ਜਿੱਥੇ ਜਾ ਕੇ B3 ਹੋ ਜਾਏ, ਸਟਾਪ ਹੋ ਜਾਏ। ਤਾਂ ਇੱਥੇ ਮਤਲਬ ਕੀ ਹੈ ਕਿ ਦੇਖੋ ਜਿੱਥੇ ਅਸੀਂ ਪਹਿਲਾਂ ਨੋਰਮਲ ਚਲਾਉਣਾ ਸੀ ਪ੍ਰੋਗਰਾਮ 1 ਤੋਂ 5 ਤੱਕ ਬੀ ਨੇ ਚੱਲਣਾ ਸੀ, ਉਹ ਗੱਲ ਹੋ ਰਿਹਾ ਕਿ ਕਦੇ ਏ, ਕਦੇ ਬੀ, ਕਦੇ ਸੀ, ਤਿੰਨਾਂ ਨੇ ਪੈਰਲਲ ਐਗਜ਼ੀਕਿਊਟ ਹੋਣਾ ਸੀ। ਬਟ ਇੱਥੇ ਹੁਣ B 5 ਤੱਕ ਨਾ ਚੱਲ ਕੇ 3 ਤੋਂ ਬਾਅਦ ਹੀ ਅਸੀਂ ਉਹਨੂੰ ਕਿਹਾ ਸਟਾਪ ਹੋ ਜਾਏ, ਯਾਨੀ ਕਿ ਉਸ ਤੋਂ ਬਾਅਦ 4 ਅਤੇ 5 ਵੈਲਿਊਜ਼ ਲਈ ਬੀ ਨੇ ਚੱਲਣਾ ਹੀ ਨਹੀਂ। ਜ਼ੀਲਡ ਦਾ ਸਿਰਫ ਇੱਕ ਵਾਰ ਆਪਣਾ ਕੰਟਰੋਲ ਛੱਡਦੀ ਹੈ, ਬਟ ਵਾਪਸ ਐਸੇ ਲੂਪ 'ਤੇ ਆਊਗੀ, ਵਾਪਸ ਆਪਣੀ ਐਗਜ਼ੀਕਿਊਸ਼ਨ ਜਿਹੜੀ ਹੈ ਉਹ ਸਟਾਰਟ ਕਰਦੀ ਹੈ। ਬਟ ਇਨ ਕੇਸ ਆਫ ਸਟਾਪ ਫੰਕਸ਼ਨ, ਜਦੋਂ ਤੁਸੀਂ ਸਟਾਪ ਕਰਤਾ ਦੈਟ ਮੀਨਸ ਤੁਹਾਡਾ ਉਹ ਥ੍ਰੈਡ ਉੱਥੇ ਹੀ ਸਟਾਪ ਹੋ ਜਾਊਗਾ। ਇਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਥ੍ਰੈਡ ਹੈ ਉਹ ਐਗਜ਼ੀਕਿਊਸ਼ਨ ਨਹੀਂ ਕਰੂਗਾ। ਦੇਖੋ 1 ਤੋਂ 5 ਤੱਕ ਚੱਲਣਾ ਸੀ ਜੇ ਨੇ ਵੀ, ਪਰ ਉਹ ਜੇ 3 'ਤੇ ਜਾ ਕੇ ਹੀ ਹੋ ਜਾਊਗਾ ਸਟਾਪ। ਕਲੀਅਰ। ਅਤੇ ਇਸੇ ਤਰੀਕੇ ਨਾਲ ਜੇ ਅਸੀਂ ਸੀ ਦੀ ਗੱਲ ਕਰੀਏ, ਸੀ ਨੇ ਵੀ 1 ਤੋਂ 5 ਤੱਕ ਤਾਂ ਦੇਖੋ ਨੋਰਮਲ ਕੇਸ ਦੇ ਵਿੱਚ ਚੱਲਣਾ ਹੀ ਸੀ, ਬਟ ਅਸੀਂ ਕੰਡੀਸ਼ਨ ਲਾਈ ਹੋਈ ਹੈ ਕਿ ਜਿੱਥੇ ਕੇ ਦੀ ਵੈਲਿਊ 1 ਹੋਈ ਉਹ ਸਲੀਪ ਹੋ ਜੇ, 1000 ਮਾਈਕਰੋ ਸੈਕਿੰਡਸ ਦੇ ਲਈ ਸਲੀਪ ਹੋ ਜੇ। ਤਾਂ ਸਲੀਪ ਦੇ ਲਈ ਬੇਟਾ ਅਸੀਂ ਦੇਖੋ ਚਾਹੁੰਦੇ ਤਾਂ ਇਕੱਲਾ ਸਲੀਪ ਵੀ ਲਿਖ ਸਕਦੇ ਸੀ, ਅਸੀਂ ਇੰਨਾ ਕੁਛ ਕਿਉਂ ਲਿਖਿਆ, ਜਿਵੇਂ ਜ਼ੀਲਡ ਦੇ ਸਟਾਪ ਅਸੀਂ ਡਾਇਰੈਕਟ ਯੂਜ਼ ਕੀਤੇ, ਕੰਡੀਸ਼ਨ ਲਾਈ, ਫੰਕਸ਼ਨ ਯੂਜ਼ ਕੀਤਾ। ਬਟ ਇੱਥੇ ਕੀ ਯਾਦ ਰੱਖਣਾ ਤੁਸੀਂ, ਜਿਹੜਾ ਸਲੀਪ ਹੈ ਉਹ ਐਕਸੈਪਸ਼ਨ ਕ੍ਰੀਏਟ ਕਰਦਾ, ਅਤੇ ਐਕਸੈਪਸ਼ਨ ਹੈਂਡਲਿੰਗ ਆਪਾਂ ਕੀਤੀ ਹੈ, ਤਾਂ ਫਿਰ ਤੁਸੀਂ ਉਸ ਨੂੰ ਟਰਾਈ ਕੈਚ ਦੇ ਵਿੱਚ ਰੱਖੋ। ਤਾਂ ਇਹ ਮਸਟ ਹੈ ਕਿ ਤੁਹਾਡਾ ਸਲੀਪ ਜਿਹੜਾ ਹੈ
ਉਹ ਟਰਾਈ ਕੈਚ ਬਲੌਕ ਦੇ ਵਿੱਚ ਹੀ ਲੱਗੂ। ਅਸੀਂ ਕੈਚ 'ਚ ਕੋਈ ਮੈਸੇਜ ਪ੍ਰਿੰਟ ਨਹੀਂ ਕਰਾਉਣਾ, ਤੇ ਖਾਲੀ ਕੈਚ ਹੀ ਛੱਡਾਂਗੇ। ਓਬੀਸੀ ਜਦੋਂ ਟਰਾਈ ਲਗਾਇਆ ਤਾਂ ਕੈਚ ਤਾਂ ਸਾਨੂੰ ਲਗਾਉਣਾ ਪਊ, ਉਹ ਗੱਲ ਹੋਰ ਹੈ। ਕਿਸੇ ਨੂੰ ਬਲੈਂਕ ਵੀ ਛੱਡ ਸਕਦੇ ਹਾਂ। ਤਾਂ ਇਹਦਾ ਮਤਲਬ ਹੈ ਹੁਣ ਕਿ ਸਾਡਾ ਇੱਕ ਤੇ ਹੋ ਕੇ ਸਲੀਪ ਹੋ ਜੂ, ਯਾਨੀ ਕਿ ਇੰਨੇ ਟਾਈਮ ਲਈ ਰੁਕੂਗਾ, ਇੰਨੇ ਟਾਈਮ ਲਈ ਉਹ ਆਪਣੀ ਐਗਜ਼ੀਕਿਊਸ਼ਨ ਨਹੀਂ ਕਰਦਾ, ਉਸ ਤੋਂ ਬਾਅਦ ਸ਼ੁਰੂ ਕਰੂਗਾ। ਠੀਕ ਹੈ, ਤਾਂ ਹੁਣ ਜੇਕਰ ਅਸੀਂ ਇਸਦਾ ਆਊਟਪੁੱਟ ਨੋਟ ਕਰੀਏ ਤਾਂ ਆਊਟਪੁੱਟ ਸਾਡੀ ਇਹੀ ਚੀਜ਼ ਸਾਨੂੰ ਐਕਸਪਲੇਨ ਕਰ ਰਹੀ ਹੈ। ਸਾਡੀ ਆਊਟਪੁੱਟ ਕਿ ਪਹਿਲਾਂ ਦੇਖੋ ਤੁਹਾਡਾ ਇਹ ਜਿਹੜਾ ਥਰੈਡ ਹੈ ਉਹ ਸਟਾਰਟ ਹੋਇਆ, ਬੀ ਥਰੈਡ ਸਟਾਰਟ ਹੋ ਗਿਆ, ਸੀ ਹੋ ਗਿਆ। ਦੇਖੋ ਇਹ ਤੇ ਜ਼ੀਲਡ ਲੱਗਿਆ ਹੋਇਆ ਸੀ, ਯਾਨੀ ਕਿ ਇਹ ਇੱਕ ਵਾਰ ਆਪਣਾ ਜਿਹੜਾ ਕੰਟਰੋਲ ਉਹ ਛੱਡ ਦੂਗਾ, ਬੀ ਚੱਲਣਾ ਸ਼ੁਰੂ ਕਰ ਦੂਗੀ। ਤਾਂ ਬੀ ਕੁਛ ਸਮੇਂ ਲਈ ਚੱਲੀ, ਏ ਚੱਲੀ, ਸੀ ਆਪਣੀ ਆਲਰੇਡੀ ਸਲੀਪ ਮੋਡ 'ਤੇ ਸੀਗੀ। ਤੁਸੀਂ ਚਾਹੁੰਦੇ ਤਾਂ ਮੈਸੇਜ ਪ੍ਰਿੰਟ ਕਰਵਾ ਸਕਦੇ ਸੀ ਸਲੀਪ ਮੋਡ ਦਾ। ਸੀ ਹੁਣ ਜਦੋਂ ਸਲੀਪ ਮੋਡ 'ਤੇ ਸੀ ਤਾਂ ਇੱਥੇ ਤੱਕ ਸੀ ਆਪਣੀ ਚੱਲੀ ਹੀ ਨਹੀਂ। ਠੀਕ ਹੈ, ਫਿਰ ਆਪਣੀ ਜਿਹੜੀ ਸੀ ਐਗਜ਼ੀਕਿਊਟ ਹੋਣੀ ਸ਼ੁਰੂ ਹੋਈ ਹੈ, ਸੀ ਹੋ ਗਈ, ਫਿਰ ਬੀ ਏ ਇੱਦਾਂ ਹੀ ਚੱਲਿਆ। ਅੱਛਾ ਇੱਕ ਗੱਲ ਹੁਣ ਹੋਰ ਨੋਟ ਕਰੋ ਕਿ ਚਲੋ ਸੀ ਤਾਂ ਕੁਛ ਸਮੇਂ ਲਈ ਚੱਲੀ ਨਹੀਂ, ਇਹ ਤਾਂ ਤੁਸੀਂ ਜਦੋਂ ਪ੍ਰੋਗਰਾਮ ਨੂੰ ਰਨ ਕਰੋਗੇ ਉਦੋਂ ਹੀ ਓਬਜ਼ਰਵ ਕਰਕੇ ਦੇਖੋਗੇ ਕਿ ਹਾਂ ਸੀ ਸਟਾਪ ਹੋ ਰਹੀ ਹੈ ਕੁਛ ਸਮੇਂ ਲਈ, ਸੌਰੀ ਸਲੀਪ ਹੋ ਰਹੀ ਹੈ। ਕਲੀਅਰ, ਅਸੀਂ ਬੀ 'ਤੇ ਸਟਾਪ ਲਗਾਇਆ ਹੋਇਆ ਸੀ ਜਦੋਂ ਬੀ 3 ਹੁੰਦੀ ਹੈ। ਤਾਂ ਦੇਖੋ ਬੀ 3 ਹੋਣ ਤੋਂ ਬਾਅਦ ਨੀਚੇ ਕਿਤੇ ਵੀ ਆਊਟਪੁੱਟ ਦੇ ਵਿੱਚ ਬੀ ਨਹੀਂ ਪ੍ਰਿੰਟ ਹੋਈ, ਯਾਨੀ ਕਿ ਜਿੱਥੇ ਬੀ 3 ਹੋ ਗਈ ਸੀ ਪ੍ਰੋਗਰਾਮ ਸਟਾਪ ਹੋ ਗਿਆ ਸੀ। ਪ੍ਰੋਗਰਾਮ ਨਹੀਂ ਸੌਰੀ ਬੀ ਥਰੈਡ ਜਿਹੜਾ ਤੁਹਾਡਾ ਸਟਾਪ ਹੋ ਗਿਆ ਸੀ ਉਹ ਖਤਮ ਹੋ ਗਿਆ ਸੀ। ਉਸ ਤੋਂ ਬਾਅਦ 4 ਤੇ 5 ਲਈ ਬੀ ਚੱਲਿਆ ਹੀ ਨਹੀਂ। ਤਾਂ ਟੂ ਦਾ ਪੁਆਇੰਟ ਜੇਕਰ ਅਸੀਂ ਕਨਕਲੂਡ ਕਰੀਏ ਤਾਂ ਅਸੀਂ ਕੀ ਕਹਾਂਗੇ, ਜ਼ੀਲਡ ਫੰਕਸ਼ਨ ਜਿੱਥੇ ਏ ਦੀ ਇਟਰੇਸ਼ਨ ਆਈ ਵਾਲੀ ਇਕੁਅਲ ਟੂ 1 ਸੀ ਉੱਥੇ ਹੀ ਉਹ ਸਟਾਪ ਹੋ ਕੇ ਇੱਕ ਵਾਰ ਉਹਨੇ ਆਪਣਾ ਕੰਟਰੋਲ ਰਿਲਿੰਗੁਇਸ਼ ਕਰਤਾ, ਮਤਲਬ ਛੱਡਤਾ ਆਪਣਾ ਕੰਟਰੋਲ, ਤੇ ਕੰਟਰੋਲ ਕਿਹਨੂੰ ਦਿੱਤਾ, ਥਰੈਡ ਬੀ ਨੂੰ। ਫਿਰ ਸਟਾਪ ਲੱਗਿਆ ਹੋਇਆ ਸੀ ਬੀ ਦੇ ਵਿੱਚ, ਬੀ 3 ਵਾਰ ਤਾਂ ਚੱਲੀ ਸਹੀ, ਬਟ ਉਸ ਤੋਂ ਬਾਅਦ ਉਹ ਹੋ ਗਈ ਸਟਾਪ। ਸੀ ਤੇ ਅਸੀਂ ਸਲੀਪ ਲਗਾਇਆ ਹੋਇਆ ਸੀ ਤਾਂ 1000 ਮਾਈਕਰੋ ਨਹੀਂ ਮਿਲੀ ਸੈਕਿੰਡਸ, 1000 ਮਿਲੀ ਸੈਕਿੰਡਸ ਦੇ ਲਈ ਤੁਹਾਡੀ ਜਿਹੜੀ ਸੀ ਹੈ ਉਹਦਾ ਥਰੈਡ ਇੱਕ ਵਾਰ ਰੁਕਿਆ ਰਿਹਾ, ਉਸ ਤੋਂ ਬਾਅਦ ਉਸਨੇ ਆਪਣੀ ਐਗਜ਼ੀਕਿਊਸ਼ਨ ਕੀਤੀ ਹੈ ਸਟਾਰਟ। ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਪ੍ਰੋਗਰਾਮ ਰਨ ਕਰਕੇ ਵੀ ਓਬਜ਼ਰਵ ਕਰਕੇ ਦੇਖ ਸਕਦੇ ਹੋ। ਨੈਕਸਟ ਥਰੈਡ ਐਕਸੈਪਸ਼ਨ, ਇਹ ਕੁਐਸਚਨ ਆਪਾਂ ਵੈਸੇ ਨਹੀਂ ਅਲੱਗ ਤੋਂ ਕਰਨਾ। ਥਰੈਡ ਐਕਸੈਪਸ਼ਨ ਕੀ ਹੈ ਕਿ ਜਿਵੇਂ ਸਾਡਾ ਆਲਰੇਡੀ ਸੀ ਤੁਹਾਨੂੰ ਮੈਂ ਦੱਸਿਆ ਸੀ ਕਿ ਅਸੀਂ ਸਲੀਪ ਮੈਥਡ ਯੂਜ਼ ਕਰਦੇ ਹਾਂ ਜਿਹੜਾ ਕਿ ਤੁਹਾਡੀ ਥਰੈਡ ਨੂੰ ਕੁਝ ਸਮੇਂ ਲਈ ਐਗਜ਼ੀਕਿਊਸ਼ਨ ਤੋਂ ਰੋਕਦਾ, ਠੀਕ ਹੈ, ਉਹਨੂੰ ਬਲੌਕ ਕਰ ਲੈਂਦਾ। ਤਾਂ ਉਹ ਹਮੇਸ਼ਾ ਟਰਾਈ ਕੈਚ ਦੇ ਵਿੱਚ ਹੀ ਲੱਗਦਾ, ਕਿਉਂਕਿ ਉਹ ਐਕਸੈਪਸ਼ਨ ਦਿੰਦਾ ਹੈ। ਬਸ ਤੁਸੀਂ ਇੰਨਾ ਕੁ ਲਿਖ ਕੇ ਤੁਸੀਂ ਬੈਕ ਦੀ ਐਗਜ਼ਾਮਪਲ ਹੀ ਆਪਣੀ ਕਰਕੇ ਦਿਖਾ ਸਕਦੇ ਹੋ ਕਿ ਥਰੈਡ ਦੇ ਵਿੱਚ ਵੀ ਕਈ ਵਾਰ ਐਕਸੈਪਸ਼ਨ ਹੁੰਦੀ ਹੈ। ਜਿਵੇਂ ਅਸੀਂ ਸਲੀਪ ਤੇ ਇਹ ਯੂਜ਼ ਕਰਦੇ ਹੋ ਤਾਂ ਉੱਥੇ ਤੁਹਾਨੂੰ ਜੇਕਰ ਸਲੀਪ ਯੂਜ਼ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਤੁਹਾਡਾ ਨਾਲ ਹੀ ਟਰਾਈ ਕੈਚ ਦੇ ਵਿੱਚ ਹੀ ਸਲੀਪ ਨੂੰ ਲਗਾਉਣਾ ਪਊਗਾ। ਦੈਨ ਨੈਕਸਟ ਸਾਡਾ ਟੌਪਿਕ ਹੈ ਥਰੈਡ ਪ੍ਰਾਇਓਰਟੀ। ਓਬਵੀਅਸਲੀ ਇੰਪੋਰਟੈਂਟ ਹੈ ਬਟ ਸ਼ਾਰਟ ਜਿਹਾ ਨੋਟ ਹੀ ਹੈ। ਇਹ ਥਰੈਡ ਪ੍ਰਾਇਓਰਟੀ ਕੀ ਹੈ? ਇਸ ਤੋਂ ਪਹਿਲਾਂ ਅਸੀਂ ਕਦੇ ਵੀ ਥਰੈਡਸ ਨੂੰ ਏ ਬੀ ਸੀ ਸਪੋਜ਼ ਕਰੋ ਅਸੀਂ 3 ਥਰੈਡ ਕ੍ਰੀਏਟ ਕੀਤੇ ਸੀ ਤਾਂ ਅਸੀਂ ਇਹਨਾਂ ਨੂੰ ਪ੍ਰਾਇਓਰਟੀ ਨਹੀਂ ਸੀ ਦਿੱਤੀ, ਇਕੁਅਲ ਪ੍ਰਾਇਓਰਟੀ ਦੇ ਹੁੰਦੇ ਸੀ ਕਿ ਕਦੇ ਏ ਰਨ ਹੋ ਗਈ, ਬੀ ਸੀ ਇੱਦਾਂ ਕਰਕੇ ਰਨ ਹੁੰਦੇ ਰਹਿੰਦੇ ਸੀ। ਬਟ ਕਈ ਵਾਰ ਪਤਾ ਕੀ ਹੁੰਦਾ ਕਿ ਚਲੋ ਦੇਖੋ ਏ ਰਨ ਹੋ ਰਹੀ ਸੀ, ਬੀ ਵੀ ਰਨ ਹੋ ਰਹੀ ਸੀ, ਉਸ ਤੋਂ ਬਾਅਦ ਇੱਕ ਸੀ ਥਰੈਡ ਐਂਟਰ ਕੀਤਾ, ਠੀਕ ਹੈ। ਦੇਖੋ ਓਬਵੀਅਸਲੀ ਤਾਂ ਸਟਾਰਟ ਪਹਿਲਾਂ ਹੋਏ ਤਾਂ ਪਹਿਲਾਂ ਸਟਾਰਟ ਹੋ ਗਿਆ, ਇਸ ਤੋਂ ਬਾਅਦ ਸੀ ਐਂਟਰ ਕੀਤਾ। ਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ, ਕਿ ਜਦੋਂ ਸੀ ਆ ਗਿਆ ਤਾਂ ਸੀ ਪਹਿਲਾਂ ਚੱਲਣਾ ਸ਼ੁਰੂ ਹੋਵੇ, ਏ ਵੀ ਰੁਕ ਜਾਣਾ। ਹੁਣ ਉਹ ਅਸੀਂ ਕੰਪਿਊਟਰ ਨੂੰ ਕਿਵੇਂ ਸਮਝਾਵਾਂਗੇ? ਤਾਂ ਉਹੀ ਚੀਜ਼ ਸਮਝਾਉਣ ਲਈ ਅਸੀਂ ਯੂਜ਼ ਕਰਦੇ ਹਾਂ ਥਰੈਡ ਪ੍ਰਾਇਓਰਟੀ, ਜਿਸ ਦੇ ਵਿੱਚ ਅਸੀਂ ਸਾਡੇ ਥਰੈਡਸ ਨੂੰ ਇੱਕ ਪ੍ਰਾਇਓਰਟੀ ਸੈੱਟ ਕਰਦੇ ਹਾਂ। ਪ੍ਰਾਇਓਰਟੀ ਸੈੱਟ ਕਰਨਾ ਮਤਲਬ ਅਸੀਂ ਉਸਨੂੰ ਇੱਕ ਨੰਬਰ ਦੇਵਾਂਗੇ, ਜੇ ਅਸੀਂ ਦੱਸਾਂਗੇ ਕਿ ਇਹ ਮਿਨ ਥਰੈਡ ਹੈ, ਇਹ ਨੋਰਮਲ ਹੈ, ਪ੍ਰਾਇਓਰਟੀ ਹੈ, ਜਾਂ ਤੁਸੀਂ ਉਸ ਅਕੋਰਡਿੰਗ ਉਹਦਾ ਇੱਕ ਇੰਟੀਜ਼ਰ ਨੰਬਰ ਵੀ ਅਲੋਟ ਕਰ ਸਕਦੇ ਹੋ ਤਾਂ ਕਿ ਕੰਪਿਊਟਰ ਨੂੰ ਪਤਾ ਚੱਲ ਸਕੇ ਕਿ ਇਹ ਵਾਲਾ ਜਿਹੜਾ ਥਰੈਡ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਉਹਦੀ ਮੈਕਸ ਪ੍ਰਾਇਓਰਟੀ ਹੈ। ਜੇ ਉਹ ਇੰਪੋਰਟੈਂਟ ਹੈ ਦੈਟ ਮੀਨਸ ਉਹਦੀ ਐਗਜ਼ੀਕਿਊਸ਼ਨ ਪਹਿਲਾਂ ਹੋਊਗੀ, ਬਾਕੀਆਂ ਦੀ ਐਗਜ਼ੀਕਿਊਸ਼ਨ ਬਾਅਦ ਦੇ ਵਿੱਚ ਹੋਊਗੀ। ਤਾਂ ਇਹ ਪ੍ਰਾਇਓਰਟੀ ਅਸਾਈਨ ਕਰਨ ਦੇ ਲਈ ਅਸੀਂ ਸੈੱਟ ਪ੍ਰਾਇਓਰਟੀ ਫੰਕਸ਼ਨ ਨੂੰ ਯੂਜ਼ ਕਰਦੇ ਹਾਂ। ਕਿਵੇਂ ਲਗਾਉਂਗੇ? ਤੁਹਾਡੇ ਥਰੈਡ ਦਾ ਨਾਮ ਡਾਟ ਪਾ ਕੇ ਸੈੱਟ ਪ੍ਰਾਇਓਰਟੀ ਬ੍ਰੈਕਟ 'ਚ ਇੱਕ ਇੰਟੀਜ਼ਰ ਨੰਬਰ ਦੇ ਦਿਓ, ਜਾਂ ਤੁਸੀਂ ਆਹ ਪ੍ਰਾਇਓਰਟੀ ਵੀ ਲਿਖ ਸਕਦੇ ਹੋ ਤੁਹਾਡੀ। ਕਲੀਅਰ? ਤੇ ਬਾਈ ਡਿਫਾਲਟ ਨਾਰਮਲ ਪ੍ਰਾਇਓਰਟੀ ਹੁੰਦੀ ਹੈ, ਕਿਉਂਕਿ ਦੇਖੋ ਇਸ ਤੋਂ ਪਹਿਲਾਂ ਅਸੀਂ ਕਦੇ ਵੀ ਪ੍ਰਾਇਓਰਟੀ ਅਸਾਈਨ ਕੀਤੀ ਨਹੀਂ ਕੋਈ, ਤਾਂ ਬਾਈ ਡਿਫਾਲਟ ਕਿਹੜੇ ਮੰਨੇ ਗਏ ਸੀ? ਨਾਰਮਲ ਪ੍ਰਾਇਓਰਟੀ। ਕਲੀਅਰ? ਤਾਂ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਐਗਜ਼ਾਮਪਲ ਦੇ ਨਾਲ। ਤਾਂ ਨੋਟ ਕਰੋ ਰਾਜੇ, ਇੱਥੇ ਪ੍ਰਾਇਓਰਟੀ ਦੇ ਵਿੱਚ ਅਸੀਂ ਇੱਕ ਏ ਕਲਾਸ ਬਣਾਈ, ਓਬਵੀਅਸਲੀ ਜਿਹੜੀ ਮਲਟੀ ਥਰੈਡ ਨੂੰ ਇੰਪਲੀਮੈਂਟ ਕਰ ਰਹੀ ਹੈ, ਦੈਟ ਮੀਨਸ ਜੋ ਐਕਸਟੈਂਡ ਕਰੂਗੀ ਥਰੈਡ ਕਲਾਸ ਨੂੰ, ਉਸਨੇ ਇੱਕ ਰਨ ਫੰਕਸ਼ਨ ਬਣਾਇਆ ਜੋ ਕਿ 1 ਤੋਂ 4 ਤੱਕ ਐਗਜ਼ੀਕਿਊਟ ਹੋ ਰਿਹਾ ਹੈਗਾ। ਕਲੀਅਰ?
ਇੱਦਾਂ ਹੀ ਬੀ ਦੇ ਵਿੱਚ ਜੇ ਵੀ 1 ਤੋਂ 4 ਤੱਕ ਐਗਜ਼ੀਕਿਊਟ ਹੋ ਰਿਹਾ ਹੈਗਾ। ਇਸ ਤੋਂ ਬਾਅਦ ਸੀ ਦੇ ਵਿੱਚ ਵੀ ਇੱਦਾਂ ਹੀ ਹੈ, ਠੀਕ ਹੈ। ਇਹ ਤਾਂ 1 ਤੋਂ 4 ਤੱਕ ਤਿੰਨੇ ਕਲਾਸਿਸ ਦੇ ਜਿਹੜੇ ਥਰੈਡਸ ਨੇ ਉਹਨਾਂ ਨੇ ਐਗਜ਼ੀਕਿਊਸ਼ਨ ਕਰਨੀ ਹੈ, ਠੀਕ ਹੈ। ਫਿਰ ਅਸੀਂ ਬੀ ਵਾਲੀ ਇੱਕ ਕਲਾਸ ਮੇਨ ਵਾਲੀ ਇੱਕ ਕਲਾਸ ਬਣਾਈ, ਜਿਸ ਦੇ ਵਿੱਚ ਅਸੀਂ ਤਿੰਨਾਂ ਨੂੰ ਸਟਾਰਟ ਕਰਨ ਤੋਂ ਪਹਿਲਾਂ, ਯਾਦ ਰੱਖਿਓ ਇੱਥੇ ਸਿਰਫ ਆਬਜੈਕਟ ਕ੍ਰੀਏਟ ਹੋਏ ਨੇ ਤਿੰਨੋਂ ਕਲਾਸਿਸ ਦੇ, ਅਸੀਂ ਇਹਨਾਂ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਹਨਾਂ ਦੀ ਪ੍ਰਾਇਓਰਟੀ ਅਸਾਈਨ ਕੀਤੀ ਹੈ। ਕਿਵੇਂ ਪ੍ਰਾਇਓਰਟੀ? ਤੁਸੀਂ ਚਾਹੋ ਸਭ ਦੀ ਅਸਾਈਨ ਕਰੋ, ਅਦਰਵਾਈਜ਼ ਨਾ ਕਰੋ, ਇੱਕ ਨੂੰ ਮੈਕਸ ਕਰ ਦਿਓ, ਬਾਕੀ ਨੋਰਮਲ ਆਪਣੇ ਆਪ ਹੋ ਜਾਣਗੇ, ਕਿਉਂਕਿ ਵੈਸੇ ਵੀ ਬਾਈ ਡਿਫੋਲਟ ਨੋਰਮਲ ਹੁੰਦੇ ਆ। ਅਸੀਂ ਕੀ ਕਿਹਾ ਕਿ ਜਿਹੜਾ ਸਾਡਾ ਸੀ ਥਰੈਡ ਹੈ ਨਾ, ਇਹਦੀ ਮੈਕਸ ਪ੍ਰਾਇਓਰਟੀ ਹੈ, ਸਭ ਤੋਂ ਵੱਧ ਇੰਪੋਰਟੈਂਟ ਹੈ। ਅਤੇ ਬੀ ਲਈ ਅਸੀਂ ਕੀ ਕਿਹਾ? ਅਸੀਂ ਕਿਹਾ ਗੈਟ ਪ੍ਰਾਇਓਰਟੀ ਕਰੇ। ਬੀ ਦੀ ਪ੍ਰਾਇਓਰਟੀ ਗੈਟ ਕਰਨ ਤੋਂ ਮਤਲਬ ਹੈ ਕਿ ਜਿੰਨੀ ਬੀ ਦੀ ਹੈਗੀ ਮਤਲਬ ਓਬਵੀਅਸ ਨੋਰਮਲ ਹੈ, ਉਹਦੇ 'ਚ ਇੱਕ ਹੋਰ ਪਲੱਸ ਕਰ ਦੇ। ਅਤੇ ਏ ਦੀ ਪ੍ਰਾਇਓਰਟੀ ਕਰਦੇ ਮਿਨ, ਸਭ ਤੋਂ ਘੱਟ। ਤਾਂ ਸਭ ਤੋਂ ਵੱਧ ਇੰਪੋਰਟੈਂਟ ਕੌਣ? ਮੈਕਸ, ਫਿਰ ਤੁਹਾਡਾ ਬੀ, ਫਿਰ ਮਿਨੀਮਮ ਪ੍ਰਾਇਓਰਟੀ ਏ। ਤਾਂ ਐਗਜ਼ੀਕਿਊਸ਼ਨ ਦੇ ਕਰਦੇ ਸਮੇਂ ਹੁਣ ਇਹ ਚੀਜ਼ ਧਿਆਨ 'ਚ ਰੱਖਣੀ ਪਊ। ਤਾਂ ਹੁਣ ਦੇਖੋ, ਅਸੀਂ ਇਹ ਮੈਸੇਜ ਪ੍ਰਿੰਟ ਕਰਕੇ ਪਹਿਲਾਂ ਏ ਨੂੰ ਸਟਾਰਟ ਕਰਾਇਆ। ਸਟਾਰਟ ਤਾਂ ਅਸੀਂ ਏ ਨੂੰ ਕਿਹਾ, ਉਹਨੂੰ ਉਹ ਏ ਹੀ ਸਟਾਰਟ ਕਰੋ ਓਬਵੀਅਸ ਹੈ। ਉਸ ਤੋਂ ਬਾਅਦ ਬੀ ਆ ਗਿਆ, ਜਿਹੜਾ ਕਿ ਉਸ ਤੋਂ ਥੋੜ੍ਹੀ ਜਿਹੀ ਪ੍ਰਾਇਓਰਟੀ ਵੱਧ ਵਾਲਾ। ਉਸ ਤੋਂ ਬਾਅਦ ਸੀ ਆ ਗਿਆ, ਜਿਹੜਾ ਕਿ ਉਸ ਤੋਂ ਵੀ ਵੱਧ ਪ੍ਰਾਇਓਰਟੀ ਵਾਲਾ। ਤਾਂ ਹੁਣ ਇਹਨੂੰ ਸਮਝਣ ਲਈ ਤੁਸੀਂ ਇਹਦੀ ਆਊਟਪੁੱਟ ਦੇਖੋ। ਸਟਾਰਟ ਤਿੰਨੇ ਹੀ ਤੁਹਾਡੇ ਹੋਏ ਏ ਬੀ ਸੀ, ਠੀਕ ਹੈ। ਜਦੋਂ ਤੁਹਾਡਾ ਬੀ ਸਟਾਰਟ ਹੁੰਦਾ, ਬੀ ਐਗਜ਼ੀਕਿਊਟ ਹੋਇਆ, ਬੀ ਤੋਂ ਬਾਅਦ ਸੀ ਆਈ। ਜਦੋਂ ਹੀ ਸੀ ਆਈ, ਸੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਤਾਂ ਸੀ ਨੇ ਪਹਿਲਾਂ ਆਪਣਾ ਸਾਰਾ ਕੰਮ ਪੂਰਾ ਕੀਤਾ, ਐਗਜ਼ਿਟ ਹੋ ਗਈ। ਉਸ ਤੋਂ ਬਾਅਦ ਕੌਣ ਚੱਲਿਆ? ਤੁਹਾਡਾ ਬੀ, ਠੀਕ ਹੈ। ਅਤੇ ਸਭ ਤੋਂ ਘੱਟ ਪ੍ਰਾਇਓਰਟੀ ਸੀ ਏ ਦੀ, ਤਾਂ ਉਸ ਤੋਂ ਬਾਅਦ ਚੱਲਿਆ ਤੁਹਾਡਾ ਏ। ਹਾਲਾਂਕਿ ਰਨ ਕਰਦੇ ਸਮੇਂ ਜਿਹੜਾ ਸਾਡਾ ਆਰਡਰ ਰਿਹਾ ਗਾ, ਅਸੀਂ ਏ ਪਹਿਲਾਂ ਸਟਾਰਟ ਕੀਤੀ, ਫਿਰ ਬੀ ਕੀਤੀ, ਫਿਰ ਸੀ ਕੀਤੀ, ਬਟ ਇਹ ਹਜੇ ਸਟਾਰਟ ਹੋਈ ਤਾਂ ਬੀ ਐਂਟਰ ਹੋ ਗਈ। ਬੀ ਦੀ ਪ੍ਰਾਇਓਰਟੀ ਵੱਧ ਸੀ, ਬੀ ਕੋਲ ਚਲਾ ਗਿਆ ਉਹ। ਬੀ ਹਜੇ ਉਹਨੂੰ ਥੋੜ੍ਹਾ ਜਿਹਾ ਚਲਾਇਆ ਸੀ, ਸੀ ਐਂਟਰ ਹੋ ਗਈ। ਸੀ ਦੀ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਸੀ, ਤਾਂ ਸਭ ਤੋਂ ਪਹਿਲਾਂ ਸੀ ਕੰਪਲੀਟ ਹੋ, ਦੈਨ ਬੀ, ਦੈਨ ਏ। ਤਾਂ ਇਹ ਸੀ ਤੁਹਾਡਾ ਟੌਪਿਕ ਥਰੈਡ ਪ੍ਰਾਇਓਰਟੀ ਦਾ। ਤਾਂ ਇਸ ਟੌਪਿਕ ਨੂੰ ਵੀ ਤੁਸੀਂ ਨਾਲ ਹੀ ਕਵਰ ਕਰੋਗੇ। ਅਤੇ ਕੁਝ ਪੈਂਡਿੰਗ ਸਾਡੇ ਟੌਪਿਕਸ ਨੇ ਜੋ ਕਿ ਅਸੀਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।